ਗੁਰਦੁਆਰਾ ਮਸਤੂਆਣਾ ਸਾਹਿਬ ਜਿਹੜਾ ਹੈਗਾ ਸੰਤ ਬਾਬਾ ਅਤਰ ਸਿੰਘ ਜੀ ਦੇ ਸਥਾਨ ਦੇ ਉੱਤੇ ਤਕਰੀਬਨ 400 ਏਕੜ ਪ੍ਰੋਪਰਟੀ ਹੈ। 400 ਕਿੱਲੇ ਪ੍ਰੋਪਰਟੀ ਦੇ ਵਿੱਚੋਂ 25 ਏਕੜ ਜ਼ਮੀਨ ਪਿਛਲੇ ਦਿਨੀ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਨੇ ਆਪਦੇ ਨਾਂ ਟਰਾਂਸਫਰ ਕਰਵਾ ਲਈ। ਉਹਦੇ 'ਚ ਜਿਹੜਾ ਸਭ ਤੋਂ ਵੱਡੀ ਗੱਲ, ਸਭ ਤੋਂ ਵੱਡਾ ਜਿਹੜਾ ਕਾਨੂੰਨੀ ਨੁਕਤਾ ਹੈ ਉਹ ਇਹ ਹੈ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਰਟੀ ਹੈ। ਲੇਕਿਨ ਪੰਜਾਬ ਦੀ ਸਰਕਾਰ ਨੇ ਇੱਕ ਬਹੁਤ ਹੀ ਵੱਡੀ ਧਾਂਦਲੀ ਇੱਥੋਂ ਦੇ ਪ੍ਰਸ਼ਾਸਨ ਨੇ ਰਲ ਕੇ, ਜਿਹਦੇ ਪਿੱਛੇ ਮੈਂ ਇਹ ਗੱਲ ਕਹਾਂਗਾ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੀ ਉਹਦੇ ਪਿੱਛੇ, ਉਹਨਾਂ ਦੀ ਕਮਾਂਡ ਵੀ ਕਿਤੇ ਨਾ ਕਿਤੇ ਕੰਮ ਕਰਦੀ ਨਜ਼ਰ ਆਉਂਦੀ ਹੈ। ਉੱਥੇ ਕੁਝ ਸੱਜਣ ਜਿਹੜੇ ਸੇਵਾ ਕਰਦੇ ਸੀ, ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਸਿਗਨਲ ਤੇ, ਇਸ਼ਾਰੇ ਤੇ ਉਹਨਾਂ ਨੇ ਇੱਕ ਵੱਖਰੀ ਬੋਗਸ ਕਮੇਟੀ ਬਣਾ ਲਈ। ਉਹਨਾਂ ਨੂੰ ਸਾਰੇ ਇਹ ਸੇਵਾਦਾਰ ਮੁਹੱਈਆ ਕਰਾਏ ਸੀ। ਅਕਾਲ ਕਾਲਜ ਕੌਂਸਲ ਨੇ ਆਪਣੇ ਮੁਲਾਜ਼ਮ ਸੀ ਜਿਹੜੇ ਸੰਤ ਸਰਜੀਤ ਸਿੰਘ ਦੁੱਗਾ ਦੀ ਦੇਖ ਰੇਖ ਤੇ, ਲੇਕਿਨ ਉਹ ਬੈੱਡ ਤੇ ਪਏ ਨੇ। ਉਹ ਬੈੱਡ ਤੇ ਪਏ ਹੋਣ ਦੇ ਬਾਵਜੂਦ ਇਹ ਸਾਰੇ ਕੰਮ ਨੂੰ ਅੰਜਾਮ ਦਿੱਤਾ। 25 ਕਿੱਲਿਆਂ ਦੇ ਬਦਲੇ ਸਰਕਾਰ ਤੋਂ ਕੀ ਲਿਆ ਕੀ ਨਹੀਂ ਲਿਆ ਇਹ ਤਾਂ ਰੱਬ ਜਾਣਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜਾਇਦਾਦ ਹੈ। ਲੁੱਟਣ ਵਾਲਿਆਂ ਨੇ ਲੁੱਟ ਲਈ, ਲੁੱਟਣ ਵਾਲੇ ਲੁੱਟ ਕੇ ਲੈ ਗਏ। ਮੈਂ ਇਹਨਾਂ ਨੂੰ ਜਗਾਉਣ ਦੇ ਲਈ ਇੱਥੇ ਬੈਠਾ। ਜੇ ਮੇਰਾ ਮਸਲਾ ਇੱਥੇ ਹੱਲ ਨਾ ਹੋਇਆ ਤਾਂ ਮੈਂ ਸ੍ਰੀ ਅਕਾਲ ਤਖਤ ਤੇ ਜਾਵਾਂਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡਕੁਆਟਰ ਵੀ ਜਾਵਾਂਗਾ ਤੇ ਮੈਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਵੀ ਪਾਵਾਂਗਾ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਆਪਣੇ ਸਮੇਂ ਨੂੰ ਸੰਭਾਲੇ। ਇਹ ਟਰਸਟ ਬੋਗਸ ਹੈ ਤਾਂ ਭਗਵੰਤ ਮਾਨ ਨੂੰ ਸਰਕਾਰ ਚਲਾਉਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ ਦੇ ਉੱਤੇ। ਅੱਜ ਅਸੀਂ ਨਾਨਕੀਆਣਾ ਸਾਹਿਬ ਗੁਰਦੁਆਰਾ ਦੇ ਗੇਟ ਕੋਲੇ ਬੈਠੇ ਹਾਂ, ਜਿੱਥੇ ਸਰਦਾਰ ਪੁਰਸ਼ੋਤਮ ਸਿੰਘ ਫੱਗੂਵਾਲਾ 6ਵੇਂ ਦਿਨ ਤੋਂ ਭੁੱਖ ਹੜਤਾਲ 'ਤੇ ਹਨ। ਇਹਨਾਂ ਮੁਤਾਬਕ ਜੋ 25 ਕਿੱਲੇ ਜ਼ਮੀਨ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ, ਜੋ ਮਸਤੂਆਣਾ ਵਿਖੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੇਠ ਚੱਲ ਰਹੀ ਹੈ, ਇਸ ਬਾਰੇ ਸਰਦਾਰ ਪੁਰਸ਼ੋਤਮ ਸਿੰਘ ਫੱਗੂਵਾਲਾ ਜੀ ਦੇ ਵਿਚਾਰ ਸੁਣਾਂਗੇ। ਇਹ ਡਿਟੇਲ ਬਾਰੇ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਤੁਹਾਡੇ ਇੱਥੇ ਆਉਣ ਦਾ। ਅਤੇ ਦੂਸਰੀ ਬੇਨਤੀ ਇਹ ਹੈ ਵੀ ਗੁਰਦੁਆਰਾ ਮਸਤੂਆਣਾ ਸਾਹਿਬ ਜਿਹੜਾ ਹੈਗਾ ਸੰਤ ਬਾਬਾ ਅਤਰ ਸਿੰਘ ਜੀ ਦੇ ਸਥਾਨ ਦੇ ਉੱਤੇ ਤਕਰੀਬਨ 400 ਏਕੜ ਪ੍ਰੋਪਰਟੀ ਹੈ। 400 ਕਿੱਲੇ ਪ੍ਰੋਪਰਟੀ ਦੇ ਵਿੱਚੋਂ 25 ਏਕੜ ਜ਼ਮੀਨ ਪਿਛਲੇ ਦਿਨੀ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਨੇ ਆਪਦੇ ਨਾਂ ਟਰਾਂਸਫਰ ਕਰਵਾ ਲਈ। ਉਹਦੇ 'ਚ ਜਿਹੜਾ ਸਭ ਤੋਂ ਵੱਡੀ ਗੱਲ, ਸਭ ਤੋਂ ਵੱਡਾ ਜਿਹੜਾ ਕਾਨੂੰਨੀ ਨੁਕਤਾ ਹੈ ਉਹ ਇਹ ਹੈ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਰਟੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਤੂਆਣਾ ਸਾਹਿਬ ਦੇ ਟਰਸਟੀ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਜੋ ਕਿ ਉੱਥੇ ਚੇਅਰਮੈਨ ਨੇ, ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਪੈਂਡਿੰਗ ਪਿਆ, ਜਿਹੜਾ ਕਿ ਬਹੁਤ ਹੀ ਲੰਬਾ ਪੁਰਾਣਾ ਹੈ। ਲੇਕਿਨ ਪੰਜਾਬ ਦੀ ਸਰਕਾਰ ਨੇ ਇੱਕ ਬਹੁਤ ਹੀ ਵੱਡੀ ਧਾਂਦਲੀ ਇੱਥੋਂ ਦੇ ਪ੍ਰਸ਼ਾਸਨ ਨੇ ਰਲ ਕੇ, ਜਿਹਦੇ ਪਿੱਛੇ ਮੈਂ ਇਹ ਗੱਲ ਕਹਾਂਗਾ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੀ ਉਹਦੇ ਪਿੱਛੇ, ਉਹਨਾਂ ਦੀ ਕਮਾਂਡ ਵੀ ਕਿਤੇ ਨਾ ਕਿਤੇ ਕੰਮ ਕਰਦੀ ਨਜ਼ਰ ਆਉਂਦੀ ਹੈ ਕਿਉਂਕਿ ਉਹ ਕਸਟੋਡੀਅਨ ਨੇ, ਟਰਸਟ ਦੇ ਚੇਅਰਮੈਨ ਨੇ। ਇਸ ਕਰਕੇ ਉਹਨਾਂ ਦੀ ਉਸ ਤੋਂ ਬਿਨਾਂ, ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਤਾਂ ਕਿਤੇ ਵੀ ਕੋਈ ਪ੍ਰਾਪਰਟੀ 1 ਇੰਚ ਵੀ ਕਿਸੇ ਦੇ ਨਾਲ ਟਰਾਂਸਫਰ ਕਰਨੀ ਤਾਂ ਇੱਕ ਪਾਸੇ, ਉੱਥੋਂ ਕੋਈ ਇੱਟ ਵੀ ਇੱਕ ਚੁੱਕ ਕੇ ਨਹੀਂ ਲੈ ਕੇ ਜਾ ਸਕਦਾ। ਸੋ ਇਹ ਸਾਰਾ ਵਰਤਾਰਾ ਜੋ ਵਾਪਰਿਆ ਇਹ ਬੜਾ ਹੈਰਾਨੀਕੁਨ ਹੈ ਵੀ ਉੱਥੇ 2-3 ਅਸਥਾਨ ਨੇ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ, ਸਾਰੇ ਕੰਪਲੈਕਸ ਦੇ ਅੰਦਰ,
ਉੱਥੇ ਕੁਝ ਸੱਜਣ ਜਿਹੜੇ ਸੇਵਾ ਕਰਦੇ ਸੀ, ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਸਿਗਨਲ ਤੇ ਇਸ਼ਾਰੇ ਤੇ ਉਹਨਾਂ ਨੇ ਇੱਕ ਵੱਖਰੀ ਬੋਗਸ ਕਮੇਟੀ ਬਣਾ ਲਈ। ਬੋਗਸ ਕਮੇਟੀ ਹੈ ਜਿਹੜੀ, ਉਹ ਆਪਦਾ ਵੱਖਰੀ ਕਮੇਟੀ ਬਣਾ ਕੇ ਉਹ ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਉੱਥੇ 23 ਤਰੀਕ ਨੂੰ ਵਿਜ਼ਿਟ 21 ਤਰੀਕ ਨੂੰ ਵਿਜ਼ਿਟ ਕਰਾਉਂਦੇ ਆ ਤੇ ਮੁੱਖ ਮੰਤਰੀ ਸਾਹਿਬ ਉੱਥੇ ਦਾ ਜਾਇਜ਼ਾ ਲੈ ਕੇ ਆਉਂਦੇ ਆ ਤੇ ਬੜੀ ਵਾਹ-ਵਾਹ ਕਰਦੇ ਆ ਕਿ ਪੰਜਾਬ ਦੀ ਸਰਕਾਰ ਨੇ ਗੁਰਦੁਆਰਾ ਸਾਹਿਬ ਮਸਤਵਾਣਾ ਸਾਹਿਬ ਵਿਖੇ ਇੱਕ ਬਹੁਤ ਵੱਡਾ ਮੈਡੀਕਲ ਰਿਸਰਚ ਸੈਂਟਰ ਹੈ ਜਿਹੜਾ, ਉੱਤੇ ਕਾਲਜ ਹੈ ਜਿਹੜਾ, ਉਹ ਬਣਾਵਾਂਗੇ। ਉਹਦੀ ਤਿਆਰੀ ਮੁਕੰਮਲ ਕਹਿੰਦੇ ਹੋ ਚੁੱਕੀ ਹੈ। ਲੇਕਿਨ ਉਸ ਤੋਂ ਚੰਦ ਦਿਨਾਂ ਬਾਅਦ 23 ਤਰੀਕ ਨੂੰ ਇੱਕ ਦੇਖੋ ਕਿੱਡੀ ਵੱਡੀ ਸਕੀਮ, ਕਿੱਡੀ ਵੱਡੀ ਸਾਜ਼ਿਸ਼, ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਰਟੀ 21 ਨੂੰ ਵਿਜ਼ਿਟ ਕਰਦੇ ਨੇ ਮੁੱਖ ਮੰਤਰੀ ਸਾਹਿਬ ਤੇ 23 ਤਰੀਕ ਨੂੰ ਉਹਦਾ ਵਸੀਕਾ ਹੈ ਜਿਹੜਾ, ਉਹਦਾ ਵਸੀਕਾ ਹੋ ਜਾਂਦਾ ਹੈ। ਵਸੀਕਾ ਜਿਹੜਾ ਨੰਬਰ ਹੈ, ਵਸੀਕਾ ਨੰਬਰ ਇਹਦਾ 788 ਹੈ, ਇਹ 23 ਤਰੀਕ ਨੂੰ ਹੋ ਜਾਂਦਾ ਹੈ। ਤੇ ਉਸ ਤੋਂ ਬਾਅਦ ਇੰਤਕਾਲ ਹੈ ਜਿਹੜਾ, ਉਹਦਾ ਨੰਬਰ ਹੈ 13600, ਇਹ 27 ਮਈ ਨੂੰ ਇੰਤਕਾਲ ਵੀ ਦਰਜ ਹੋ ਜਾਂਦਾ ਹੈ। ਜਿੱਥੇ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਸੰਗਰੂਰ ਉਸ ਸਾਰੇ ਪ੍ਰੋਗਰਾਮ ਦੇ ਵਿੱਚ, ਮਾਣਯੋਗ ਸਾਡੇ ਇੱਥੇ ਦੇ ਹੋਰ ਬੜੇ ਜਿਹੜੇ ਮਾਲ ਮਹਿਕਮੇ ਦੇ ਸੰਬੰਧਿਤ ਅਧਿਕਾਰੀ ਨੇ, ਉਹਨਾਂ ਨੇ ਇਹ ਨਹੀਂ ਵੇਖਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਅਕਾਲ ਕਾਲਜ ਕੌਂਸਲ ਤੇ ਸੰਤ ਅਤਰ ਸਿੰਘ ਟਰਸਟ ਮਸਤਵਾਣਾ ਸਾਹਿਬ ਦੇ ਚੇਅਰਮੈਨ ਨੇ, ਕਸਟੋਡੀਅਨ ਨੇ, ਪ੍ਰਬੰਧਕ ਦੇਖ ਰੇਖ ਉਹਨਾਂ ਦੇ ਹੱਥ 'ਚ ਹੈ ਤੇ ਉਹਨਾਂ ਨੇ ਬੜੇ ਇੱਕ ਜਾਲੀ ਤਰੀਕੇ ਦੇ ਨਾਲ, ਜਾਲਸਾਜ਼ੀ ਵਾਲੇ ਤਰੀਕੇ ਦੇ ਨਾਲ ਅਮਾਨਤ 'ਚ ਖਿਆਨਤ ਕੀਤੀ ਹੈ ਕਿ ਇੱਕ ਬੋਗਸ ਕਮੇਟੀ ਖੜੀ ਕਰਕੇ, ਇੱਕ ਟੇਢੀ ਕਮੇਟੀ ਖੜੀ ਕਰਕੇ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਸਰਕਾਰ ਦੇ ਨਾਂ ਆਪਣੇ ਨਿੱਜੀ ਮਨੋਰਥਾਂ ਦੇ ਲਈ, ਹੋ ਸਕਦਾ ਸਰਕਾਰ ਤੋਂ ਕੋਈ ਉਹਨਾਂ ਨੂੰ ਆਪਦੇ ਲਾਭ ਲਏ ਹੋਣ, ਇਹ ਤਾਂ ਉਹੀ ਜਾਣਦੇ ਨੇ, ਉਹੀ ਜਵਾਬ ਦੇ ਸਕਦੇ ਨੇ, ਜਾਂ ਕਿਸੇ ਕਿਸਮ ਦਾ ਕੋਈ ਹੋਰ ਉਹਨਾਂ ਨੇ ਕੰਮ ਕੀਤਾ ਹੋਵੇ, ਇਹ ਤਾਂ ਉਹੀ ਜਵਾਬ ਦੇ ਸਕਦੇ ਨੇ। ਲੇਕਿਨ ਕਾਗਜ਼ ਸਾਰੇ ਦੇ ਸਾਰੇ ਕੰਪਲੀਟ ਹੋ ਚੁੱਕੇ, ਸਰਕਾਰ ਦੇ ਨਾਮ ਉਹ ਜ਼ਮੀਨ ਹੈ ਜਿਹੜੀ, ਵਸੀਕਾ ਹੋ ਗਿਆ, ਇੰਤਕਾਲ ਹੋ ਗਿਆ, ਇਹ ਸਾਰਾ ਹੋ ਗਿਆ। ਲੇਕਿਨ ਉਹ ਕਮੇਟੀ ਹੈ ਜਿਹੜੀ, ਉਹ ਕਮੇਟੀ ਨੂੰ ਨਾ ਤਾਂ ਢੀਂਡਸਾ ਸਾਹਿਬ ਅਥੋਰਾਈਜ਼ ਕਰਦੇ ਆ ਤੇ ਨਾ ਉਹਨੂੰ ਅਥੋਰਾਈਜ਼ ਕਰਦਾ ਕੋਈ ਹੋਰ। ਉੱਥੇ ਢੀਂਡਸਾ ਸਾਹਿਬ ਨੇ 2009 ਦੇ ਵਿੱਚ ਇੱਕ ਮਹੰਤ ਨਿਯੁਕਤ ਕੀਤਾ ਸੀ, ਸੁਰਜੀਤ ਸਿੰਘ ਦੁੱਗਾ, ਜਿਹੜਾ ਬੈੱਡ ਦੇ ਉੱਤੇ ਆ, ਉਹਨੂੰ ਸਿਰਫ ਦੇਖਭਾਲ ਦੇ ਲਈ ਉਸ ਜ਼ਮੀਨ ਦੀ ਜਾਇਦਾਦ ਦੀ, ਅੰਗੀਠਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਦੇਖਭਾਲ ਦੇ ਲਈ ਲਾਇਆ ਸੀ। ਲੇਕਿਨ ਇਹ ਜਿਹੜੇ ਲੋਕ ਨੇ, ਇਹ ਲੋਕ ਉਹਦੇ ਕਿਤੇ ਨਾ ਕਿਤੇ ਕਾਰ ਮੁਖਤਿਆਰ ਸੀ। ਮੈਨੂੰ ਭਰੋਸੇਯੋਗ ਸੂਚਨਾ ਤੋਂ ਪਤਾ ਲੱਗਿਆ ਜਿਹੜਾ ਨੇ ਰਜਿਸਟਰੀ ਕਰਵਾਈ ਹੈ, ਜਿਨ੍ਹਾਂ ਨੇ ਸਾਰੀ ਇਹ ਕਾਰਵਾਈ ਨੂੰ ਅੰਜਾਮ ਦਿੱਤਾ, ਉਹਨਾਂ ਨੂੰ ਸਾਰੇ ਇਹ ਸੇਵਾਦਾਰ ਮੁਹੱਈਆ ਕਰਾਏ ਸੀ। ਅਕਾਲ ਕਾਲਜ ਕੌਂਸਲ ਨੇ ਆਪਣੇ ਮੁਲਾਜ਼ਮ ਸੀ ਜਿਹੜੇ ਸੰਤ ਸੁਰਜੀਤ ਸਿੰਘ ਦੁੱਗਾ ਦੀ ਦੇਖ ਰੇਖ 'ਤੇ ਨੇ, ਲੇਕਿਨ ਉਹ ਬੈੱਡ 'ਤੇ ਪਏ ਨੇ। ਉਹ ਬੈੱਡ 'ਤੇ ਪਏ ਹੋਣ ਦੇ ਬਾਵਜੂਦ ਇਹ ਸਾਰੇ ਕੰਮ ਨੂੰ ਅੰਜਾਮ ਦਿੱਤਾ। 25 ਕਿੱਲਿਆਂ ਦੇ ਬਦਲੇ ਸਰਕਾਰ ਤੋਂ ਕੀ ਲਿਆ, ਕੀ ਨਹੀਂ ਲਿਆ, ਇਹ ਤਾਂ ਰੱਬ ਜਾਣਦਾ। ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਰਟੀ ਨੂੰ ਇਸ ਤਰ੍ਹਾਂ ਖੁਰਦ-ਬੁਰਦ ਕਰਨਾ ਬਹੁਤ ਵੱਡੀ ਗੱਲ ਹੈ। ਮੈਂ ਇਸ ਗੱਲ ਦੇ ਲਈ ਗੁਰਦੁਆਰਾ ਨਾਨਕਿਆਣਾ ਸਾਹਿਬ ਜਿਹੜਾ ਡਿਸਟ੍ਰਿਕਟ ਹੈੱਡਕੁਆਟਰ ਹੈ, ਡਿਸਟ੍ਰਿਕਟ ਹੈੱਡਕੁਆਟਰ ਦੇ ਉੱਤੇ ਮੈਂ 27 ਤਰੀਕ ਤੋਂ ਧਰਨੇ ਦੇ ਉੱਤੇ, ਧਰਨਾ ਨਾ ਕਹੀਏ, ਮੈਂ ਮਰਨ ਵਰਤ ਦੇ ਉੱਤੇ ਬੈਠਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜਾਇਦਾਦ ਹੈ, ਲੁੱਟਣ ਵਾਲਿਆਂ ਨੇ ਲੁੱਟ ਲਈ, ਲੁੱਟਣ ਵਾਲੇ ਲੁੱਟ ਕੇ ਲੈ ਗਏ। ਮੈਂ ਇਹਨਾਂ ਨੂੰ ਜਗਾਉਣ ਦੇ ਲਈ ਇੱਥੇ ਬੈਠਾ। ਮੈਨੂੰ ਉਮੀਦ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੱਜ ਉਹਨਾਂ ਦੇ ਦਰਜਾ ਬਦਰਜਾ ਬੜੇ ਬੜੇ ਅਧਿਕਾਰੀ, ਮੈਂਬਰ ਸਾਹਿਬਾਨ ਇਸ ਗੱਲ ਦੇ ਲਈ ਮੇਰੇ ਕੋਲ ਪਹੁੰਚਦੇ ਨੇ, ਪਹੁੰਚ ਰਹੇ ਨੇ, ਲੇਕਿਨ ਉਹ ਬੇਵੱਸ ਜੇ, ਵਿਚਾਰੇ ਜੇ ਲੱਗਦੇ ਨੇ। ਸੋ ਮੈਨੂੰ ਇਸ ਗੱਲ ਦੇ ਲਈ ਮੈਨੂੰ ਮਾਣ ਹੈ, ਮੈਂ ਪੰਥ ਦੀ ਜਾਇਦਾਦ ਬਚਾਉਣ ਦੇ ਲਈ ਇੱਥੇ ਮਰਨ ਵਰਤ 'ਤੇ ਬੈਠਾ। ਬੱਗੂਵਾਲ ਸਾਹਿਬ, ਇਹ ਗੱਲ ਬਾਰੇ ਚਾਨਣਾ ਪਾਓ ਵੀ ਇਹ ਜਿਹੜੀ ਜ਼ਮੀਨ ਹੈ ਇਹ ਇਸ ਵਕਤ ਮਸਤੂਆਣਾ ਸਾਹਿਬ ਦੀ ਹੈ, ਜੋ ਤਕਰੀਬਨ 400 ਏਕੜ, ਇਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਿਵੇਂ ਤੁਸੀਂ ਕਹਿ ਰਹੇ ਹੋ? ਇਹ ਗੁਰਦੁਆਰਾ ਟ੍ਰਿਬਿਊਨਲ ਦਾ ਫੈਸਲਾ ਹੈ ਜੀ। ਟ੍ਰਿਬਿਊਨਲ ਨੇ ਇਹਨੂੰ ਸਿੱਖ ਪ੍ਰਾਪਰਟੀ, ਕੋਈ ਵੀ ਪ੍ਰਾਪਰਟੀ ਹੈ ਜਿਹਦੀ ਆਮਦਨ 25 ਲੱਖ ਤੋਂ ਉੱਪਰ ਚਲੀ ਜਾਵੇ ਕਿਸੇ ਗੁਰਦੁਆਰਾ ਸਾਹਿਬ ਦੀ, ਤਾਂ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਲੈ ਕੇ ਜਾਣ ਦਾ ਹੱਕ ਹੈ। ਤੇ ਉਹਦੇ ਤਹਿਤ ਮੁਕੱਦਮਾ ਚੱਲਿਆ ਤੇ ਗੁਰਦੁਆਰਾ ਟ੍ਰਿਬਿਊਨਲ ਦੇ ਵਿੱਚੋਂ ਢੀਂਡਸਾ ਸਾਹਿਬ ਦੇ ਆਉਣ ਤੋਂ ਪਹਿਲਾਂ ਇਹ ਹਾਰ ਗਏ। ਟਰਸਟ ਵਾਲੇ, ਸੰਤ ਅਤਰ ਸਿੰਘ ਟਰਸਟ ਵਾਲੇ, ਅਕਾਲ ਕਾਲਜ ਕੌਂਸਲ ਦੇ ਜਿਹੜੇ ਸੰਬੰਧਿਤ ਬੰਦੇ ਸੀ ਉਸ ਟਾਈਮ, ਹਾਰ ਗਏ। ਉਸ ਟਾਈਮ ਤੋਂ ਲੈ ਕੇ ਇਹ ਮੁਕੱਦਮਾ ਹੈ ਜਿਹੜਾ ਸਟੇ ਹੋਇਆ
ਇਹਨਾਂ ਨੇ ਅਪੀਲ ਪਾਈ ਹੈ ਵੀ ਇਹ ਸਾਡੀ ਪ੍ਰਾਪਰਟੀ ਹੈ, ਲੇਕਿਨ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਦਾ ਹਜੇ ਕੋਈ ਡਿਸੀਜਨ ਨਹੀਂ ਦਿੱਤਾ, ਬਹੁਤ ਲੰਮਾ ਸਮਾਂ। ਲੇਕਿਨ ਜਿਹੜੇ ਅੱਜ ਸਰਕਾਰ ਨੇ ਉਹਦੇ ਵਿੱਚ ਇੱਕ ਗੱਲ ਹੋਰ ਕਹਿਣ ਵਾਲੀ ਹੈ ਵੀ ਮਾਣਯੋਗ ਹਾਈ ਕੋਰਟ ਦੇ ਵਿੱਚ ਢੀਂਡਸਾ ਸਾਹਿਬ ਨੇ ਜਦੋਂ ਇਹ ਟਰਸਟ ਦੇ ਚੇਅਰਮੈਨ ਬਣ ਗਏ, ਇੱਕ ਹਲਫਨਾਮਾ ਦੇ ਕੇ ਵੀ ਮੈਂ ਹੁਣ ਇੱਥੇ ਟਰਸਟ ਦਾ ਚੇਅਰਮੈਨ ਹਾਂ, ਇਹ ਸਾਰੇ ਕੇਸਾਂ ਦੀ ਮਸਤਵਾਣਾ ਸਾਹਿਬ ਨਾਲ ਸੰਬੰਧਿਤ ਕੇਸਾਂ ਦੀ ਐਜ ਏ ਟਰਸਟ ਦਾ ਚੇਅਰਮੈਨ, ਐਜ ਏ ਅਕਾਲ ਕਾਲਜ ਕੌਂਸਲ ਜਿਹੜੇ ਵਿਦਿਅਕ ਅਦਾਰੇ ਦੇਖਦੀ ਹੈ, ਟਰਸਟ ਹੈ ਜਿਹੜਾ ਟੋਟਲ ਪ੍ਰਾਪਰਟੀ ਦੇਖਦਾ, ਤੇ ਅਕਾਲ ਕਾਲਜ ਕੌਂਸਲ ਹੈ ਜਿਹੜੀ ਉਹ ਵਿਦਿਅਕ ਅਦਾਰੇ ਦੇਖਦੀ ਹੈ ਵੀ ਇਹਦਾ ਸਾਰਿਆਂ ਦਾ ਪ੍ਰਬੰਧਕ ਕਾਨੂੰਨੀ ਤੌਰ ਤੇ ਮੈਂ ਆ ਟਰਸਟ ਦਾ ਚੇਅਰਮੈਨ ਹੋਣ ਦੇ ਨਾਤੇ। ਇਹਨਾਂ ਨੇ ਇੱਕ ਹਲਫਨਾਮਾ ਦਾਇਰ ਕਰਕੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਸ ਕੇਸ ਦੀ ਕਮਾਂਡ ਸੰਭਾਲੀ ਹੋਈ, ਤੇ ਜਿਹੜਾ ਅੱਜ ਸਟੇ ਹੋਣ ਦੇ ਬਾਵਜੂਦ ਸੰਬੰਧਿਤ ਅੱਜ ਦੀ ਸਰਕਾਰ ਨੇ ਅੱਜ ਉਹ ਰਜਿਸਟਰੀ ਕਰਵਾਉਣ ਵਾਲੇ ਵਸੀਕਾ ਕਰਵਾਉਣ ਵਾਲਿਆਂ ਨੇ ਇਹ ਸਟੇ ਦੀ ਨਾ ਪਰਵਾਹ ਕਰਦੇ ਹੋਏ, ਕੰਟੈਂਪਟ ਆਫ ਕੋਰਟ ਦੀ ਪਰਵਾਹ ਨਾ ਕਰਦੇ ਹੋਏ ਢੀਂਡਸਾ ਸਾਹਿਬ ਬੈਠੇ ਦੇਖਦੇ ਰਹੇ। ਢੀਂਡਸਾ ਸਾਹਿਬ ਦੇ ਉੱਥੇ ਆਫੀਸ਼ੀਅਲੀ ਵਰਕਰ ਨੇ ਜਿਹੜੇ ਮਸਤਵਾਣਾ ਸਾਹਿਬ ਦੇ ਸਕੱਤਰ ਨੇ ਜਿਹੜੇ ਜਸਵੰਤ ਸਿੰਘ ਖਹਿਰੇ ਵਰਗੇ, ਉਹ ਉੱਥੇ ਦੇਖਦੇ ਰਹੇ ਵੀ ਇਹ ਪ੍ਰਾਪਰਟੀ ਦੇ ਉੱਤੇ CM ਇੱਕ ਆ ਕੇ ਐਲਾਨ ਕਰਕੇ ਜਾ ਰਿਹਾ ਵੀ ਉਹ ਜੋ ਕੌਣ ਉਸ ਜ਼ਮੀਨ ਨੂੰ ਟਰਾਂਸਫਰ ਕਰਾ ਰਿਹਾ। ਇਹਨਾਂ ਨੇ ਕੁਤਾਹੀ ਵਰਤੀ ਆ, ਕੁਤਾਹੀ ਉਹਦੀ ਵਰਤੀ, ਇਹਨਾਂ ਨੇ ਅਮਾਨਤ 'ਚ ਖਿਆਨਤ ਵਰਤੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਰਟੀ ਆ, ਅਮਾਨਤ 'ਚ ਖਿਆਨਤ ਕੀਤੀ ਹੈ। 406 209 ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਰਟੀ ਦੀਆਂ ਜਿਹੜੀਆਂ ਇਹ ਧਾਰਾਵਾਂ ਨੇ, ਇਹ ਧਾਰਾਵਾਂ ਲੱਗਦੀਆਂ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ। ਉਹਨਾਂ ਨੂੰ ਮਸਤਵਾਣਾ ਟਰਸਟ ਹੈ ਜਿਹੜਾ ਉਹ ਸੰਭਾਲ ਕੇ ਰੱਖਣ ਦੇ ਵਿੱਚ ਉਹ ਨਾਕਾਮਯਾਬ ਹੋਏ ਨੇ। ਸੋ ਮੇਰੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਉਹ ਜਿੱਥੇ ਟਰਸਟ ਦਾ ਜਾਅਲੀ ਟਰਸਟ ਖੜਾ ਕਰਕੇ ਜਾਲੀ ਬੋਗਸ ਬੰਦੇ ਖੜੇ ਕਰਕੇ ਉਹਨਾਂ ਨੇ ਬੈਨਾਮਾ ਵਸੀਕਾ ਕੀਤਾ ਤੇ ਇੰਤਕਾਲ ਕਰਵਾਏ ਨੇ, ਉਹਦੇ ਨਾਲ ਦੀ ਨਾਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਇੱਥੋਂ ਦੇ ਮਾਲ ਮਹਿਕਮੇ ਦੇ ਲੋਕ ਨੇ ਜਿਹੜਿਆਂ ਨੇ ਇਹ ਸ਼੍ਰੋਮਣੀ ਕਮੇਟੀ ਦੀ ਪ੍ਰਾਪਰਟੀ ਨੂੰ ਬਾਕਾਇਦਾ ਤੌਰ ਦੇ ਉੱਤੇ ਅਮਾਨਤ 'ਚ ਖਿਆਨਤ ਕਰਨ ਦਾ ਮੁਕੱਦਮਾ ਹੈ ਜਿਹੜਾ ਉਹ ਸ਼੍ਰੋਮਣੀ ਕਮੇਟੀ ਦਰਜ ਕਰਾਵੇ। ਇਸ ਗੱਲ ਦੇ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਦੇ ਗੁਰਦੁਆਰਾ ਨਾਨਕੀਆਣਾ ਸਾਹਿਬ ਜਿਹੜਾ ਸਾਡਾ ਡਿਸਟ੍ਰਿਕਟ ਹੈੱਡਕੁਆਟਰ ਹੈ ਸ਼੍ਰੋਮਣੀ ਕਮੇਟੀ ਦਾ, ਮੈਂ ਉਹਦੇ ਗੇਟ ਵੱਢ ਕੇ ਬੈਠਾ। ਜੇ ਮੇਰਾ ਮਸਲਾ ਇੱਥੇ ਹੱਲ ਨਾ ਹੋਇਆ ਤਾਂ ਮੈਂ ਸ਼੍ਰੀ ਅਕਾਲ ਤਖਤ 'ਤੇ ਜਾਵਾਂਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡਕੁਆਟਰ ਵੀ ਜਾਵਾਂਗਾ, ਤੇ ਮੈਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਵੀ ਪਾਵਾਂਗਾ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਆਪਦੇ ਸਮੇਂ ਨੂੰ ਸੰਭਾਲੇ, ਨਹੀਂ ਉਹ ਵੀ ਆਪਦੇ ਇਹਨਾਂ ਹਾਲਾਤਾਂ ਦੇ ਵਿੱਚ ਸਮੇਂ ਨਾਲ ਨਜਿੱਠਣ ਦੇ ਲਈ, ਜਾਂ ਮੈਂ ਇਹ ਕਹਾ ਵੀ ਉਹ ਵੀ ਸਜ਼ਾ ਉਹ ਵੀ ਭੁਗਤਣ ਦੇ ਲਈ ਤਿਆਰ ਰਹੇ। ਮੈਂ ਇੱਥੋਂ ਮਰ ਕੇ ਉੱਠਾਂਗਾ, ਮੈਂ ਇੱਥੋਂ ਇੱਦਾਂ ਨਹੀਂ ਉੱਠਾਂਗਾ, ਮੈਂ ਮਰ ਕੇ ਮੈਂ ਛੱਡ ਕੇ ਜਾਂ ਫੈਸਲਾ ਹੋਵੇ ਦਾ ਜਾਂ ਜਮਾਤੀ ਫੈਸਲਾ ਹੋਵੇ ਜਾਂ ਮੀਟਿੰਗ ਦੇ ਵਿੱਚ ਕਿਸੇ ਦੇ ਤਰ੍ਹਾਂ ਦਾ ਵੀ ਕੌਣ ਕੋਈ ਫੈਸਲਾ ਕਰਦਾ ਹੈ, ਇਹਦੀ ਜ਼ਿੰਮੇਵਾਰੀ ਕੌਣ ਚੁੱਕਦਾ ਹੈ, ਇਹ ਵੱਡਾ ਇਤਿਹਾਸਿਕ ਮੋੜ ਹੋਏਗਾ। ਇੱਕ ਫੱਗੂਵਾਲਾ ਸਾਹਿਬ ਹੋਰ ਪੁੱਛਣਾ ਚਾਹੁੰਦੇ ਆ, ਤੁਹਾਡੀ ਰਾਏ ਲੈਣਾ ਚਾਹੁੰਦੇ ਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਲੱਗੀ ਜ਼ਮੀਨ 25 ਕਿੱਲੇ ਪੰਜਾਬ ਸਰਕਾਰ ਲੈ ਰਹੀ ਹੈ, ਅਤੇ ਪੰਜਾਬ ਸਰਕਾਰ ਜਦੋਂ ਆਪ ਦੀ ਬਣੀ ਉਦੋਂ ਸਭ ਤੋਂ ਵੱਡਾ ਜਸ਼ਨ ਜਿੱਤ ਦਾ ਅੰਮ੍ਰਿਤਸਰ ਵਿਖੇ ਕੀਤਾ ਜਾਂਦਾ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਮੈਂ ਤਾਂ ਉਸ ਟਾਈਮ ਵੀ ਕਿਹਾ ਸੀਗਾ ਜੀ ਵੀ ਇਹ ਮਸਲਾ ਹੈ ਜਿਹੜਾ ਇਹ ਮਸਲਾ ਪੰਜਾਬ ਦੀ ਸਰਕਾਰ ਗਲਤ ਹੱਥਾਂ ਦੇ ਵਿੱਚ ਚਲੀ ਗਈ, ਕਿਉਂਕਿ ਜਿੱਤਣ ਤੋਂ ਬਾਅਦ ਪੰਜਾਬ ਦਾ ਖਜ਼ਾਨਾ ਖਾਲੀ ਆ। ਸਾਰੇ ਕਹਿੰਦੇ ਨੇ, ਭਗਵੰਤ ਮਾਨ ਵੀ ਕਹਿੰਦਾ, ਲੇਕਿਨ ਜਿੱਤ ਦੇ ਜਸ਼ਨ ਦਰਬਾਰ ਸਾਹਿਬ ਦੀ ਧਰਤੀ ਸ੍ਰੀ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਕਿਉਂ ਮਨਾਏ ਗਏ? ਮੇਰਾ ਵੱਡਾ ਸਵਾਲ ਹੈ, ਮੈਂ ਉਸ ਟਾਈਮ ਵੀ ਰੇਜ਼ ਕੀਤਾ ਸੀ। ਉਸ ਟਾਈਮ ਕੇਜਰੀਵਾਲ ਤੇ ਭਗਵੰਤ ਮਾਨ ਉਹਨਾਂ ਨੂੰ ਇਹ ਸਧਾਰਨ ਸਮਾਰੋਹ ਕਰਨ ਦੀ ਬਜਾਏ ਕਰੋੜਾਂ ਰੁਪਈਆ ਖਰਚ ਕਰਕੇ PRTC ਦੀਆਂ ਬੱਸਾਂ ਵਰਤ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਗੁਰੂ ਰਾਮਦਾਸ ਦੀ ਧਰਤੀ ਅੰਮ੍ਰਿਤਸਰ ਵਿਖੇ ਹਮਲਾਵਰ ਹੋ ਕੇ ਗਏ। ਮੇਰਾ ਮੱਥਾ ਤਾਂ ਉਸੇ ਟਾਈਮ ਠਣਕਿਆ ਸੀ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਦੀਆਂ ਮਹਾਨ ਪਰੰਪਰਾਵਾਂ ਨੂੰ RSS ਦੇ ਇਸ਼ਾਰੇ 'ਤੇ ਨੱਚਣ ਵਾਲੀ ਸਰਕਾਰ ਹੈ ਜਿਹੜੀ ਉਹ ਤੋੜੇਗੀ। ਉਹਦਾ ਨਤੀਜਾ ਨਿਕਲਿਆ ਮਸਤਵਾਣਾ ਸਾਹਿਬ ਦੀ ਧਰਤੀ ਦੇ ਉੱਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਪਰਟੀਆਂ ਨੂੰ ਰਾਜ ਸਰਕਾਰ ਦੇ ਸਮੇਂ ਦੀ ਪੰਜਾਬ ਸਰਕਾਰ ਦੇ ਨਾਲ ਤਬਦੀਲ ਕਰਾਉਣ ਦਾ, ਉਹ ਵੀ ਜਾਲੀ ਤਰੀਕੇ ਦੇ ਨਾਲ। ਇਹ ਬਿਲਕੁਲ ਇੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਨ ਸਾਹਿਬ ਨੇ, ਭਗਵੰਤ ਮਾਨ ਨੇ ਕਰਾਈ ਹੈ। ਇੱਕ ਮੁੱਖ ਮੰਤਰੀ ਨੂੰ ਪਤਾ ਹੁੰਦਾ ਹੈ ਵੀ ਕਿੱਥੋਂ ਇੱਕ ਪਰਿੰਦਾ ਇੱਕ ਦਰਖਤ ਤੋਂ ਉੱਠ ਕੇ ਦੂਸਰੇ ਦਰਖਤ ਦੇ ਉੱਤੇ ਜਾਂਦਾ ਹੈ, ਉਹਨੂੰ ਪੰਜਾਬ ਦੀਆਂ ਏਜੰਸੀਆਂ ਕਿੱਥੇ ਨੇ ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਪ੍ਰਾਪਰਟੀ ਦਾ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨੂੰ ਇਹ ਨਹੀਂ ਸੀ ਪਤਾ
ਵੀ ਇਹ ਟਰਸਟ ਬੋਗਸ ਹੈ। ਜੇ ਟਰਸਟ ਬੋਗਸ ਹੈ ਤਾਂ ਭਗਵੰਤ ਮਾਨ ਨੂੰ ਸਰਕਾਰ ਚਲਾਉਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ ਦੇ ਉੱਤੇ। ਭਗਵੰਤ ਮਾਨ ਜੀ, ਜੇ ਤੁਸੀਂ ਇੱਥੇ ਟਪਲਾ ਖਾਧਾ, ਜਾਂ ਤੁਸੀਂ ਪੰਥ ਵਿਰੋਧੀ ਹੋ ਜਾਂ ਤੁਸੀਂ ਪੰਜਾਬ ਦੇ ਵਿਰੋਧੀ ਹੋ। ਜੇ ਤੁਸੀਂ ਇਸ ਗੱਲ ਦੇ ਲਈ ਇਹ ਜਾਣਬੁੱਝ ਕੇ ਕੀਤਾ ਹੈ ਤਾਂ ਤੁਸੀਂ ਇਹ ਵੱਡੀ ਵੱਡੀ ਸ਼ਰਾਰਤ ਹੈ, ਤਾਂ ਤੁਸੀਂ ਦਿੱਲੀ ਦੇ ਹੱਥਾਂ ਦੇ ਵਿੱਚ ਖੇਡਦੇ ਹੋ। ਤੁਹਾਨੂੰ ਰਿਜ਼ਾਈਨ ਕਰਨਾ ਬਣਦਾ। ਨਹੀਂ, ਪੰਜਾਬ ਦੇ ਲੋਕ ਇਸ ਮੁੱਦੇ ਦੇ ਉੱਤੇ, ਮੈਂ ਅੱਜ ਰਿਜ਼ਾਈਨ ਮੰਗਦਾ ਤੁਹਾਡਾ, ਪੰਜਾਬ ਦੇ ਲੋਕ ਭਵਿੱਖ ਦੇ ਵਿੱਚ ਤੁਹਾਡਾ ਇਸ ਮੁੱਦੇ ਦੇ ਉੱਤੇ ਰਿਜ਼ਾਈਨ ਮੰਗਣਗੇ। ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਆਪਣੀ ਇੱਜ਼ਤ ਬਚਾਉਣੀ ਚਾਹੀਦੀ ਹੈ। ਉਹਨਾਂ ਨੂੰ ਟਰਸਟ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਕੇ ਇਹਦੀ ਕਮਾਂਡ ਹੈ ਜਿਹੜੀ ਉਹ ਸਮੁੱਚੀ ਦੀ ਸਮੁੱਚੀ ਹਾਈ ਕੋਰਟ 'ਚੋਂ ਮੁਕੱਦਮਾ ਵਾਪਸ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦੇਣੀ ਚਾਹੀਦੀ ਹੈ, ਤਾਂ ਕਿ ਹੋਰ ਵੀ ਜਿਹੜੇ ਜਾਲੀ ਟਰਸਟ ਬਣੇ ਨੇ ਉਹਨਾਂ ਲਈ ਵੀ ਰਾਹ ਪੱਧਰਾ ਹੋ ਸਕੇ, ਤਾਂ ਕਿ ਸ਼੍ਰੋਮਣੀ ਕਮੇਟੀ ਤਕੜੀ ਹੋ ਸਕੇ।